आऊज़ु बिल्लाहि मिनश शैतानिर रजीम। बिस्मिल्लाहिर रहमानिर रहीम। अल्लाहुम्मा सल्लि अला मुहम्मदिन व आलि मुहम्मद। अस्सलामु अलैकुम। तमाम बजुर्गां, दोस्तां, भैणां भाइयां नूं अस्सलामु अलैकुम। ਅੱਜ मैं कुछ गल्लां पंजाबी दे विच करनियां ने ताकि हर खास आवाम तक गल पहुंच सके। अल्हम्दुलिल्लाह, अल्लाह पाक दा फजल और मुहम्मद व आले मुहम्मद दी बरकत है। उन्हां दी बरकत, उन्हां दी अता दे नाल, अल्लाह पाक दी मेहरबानी दे नाल मैं एक नाचीज रूहानियत दे रस्ते दा तालिब इल्म और अल्लाह पाक दा शुक्र है कि उन आमिलां चों ते नहीं जिहड़े लोगां नूं तवीज़ां दियां पंडां दे रहे ने, साड़न वास्ते बत्तियां दे रहे ने, ते पता नहीं की दा की कर रहे ने, नाम दे पीर बने ने ते आउंदिया कलमा नमाज भी नहीं। अल्हम्दुलिल्लाह, अल्लाह पाक दा एहसान है कि दीनी मामलात दे हवाले दे नाल भी बराबर अपने इलम दी प्यास नूं बुझाउण दी कोशिश भी करी दी है और मजीद हासिल करन दी तहकीक करन वास्ते भी अपनी जद्दोजहद नूं जारी रखिया होया है। मेरी अज दी ये गुफ्तगू दे विच मैं मुखातिब हाँ खास तौर पे अहले तशी, उलमा और जाकिरीन दे नाल। उस तो पहले मैं एक गल दस दियां कि मेरी तहकीक, मेरी समझ दे मुताबिक कोई भी मुसलमान गिरोह ऐसा नहीं जिसनों काफर किया जाए या काफर करार दिता जाए। समझ दा, अकल दा, शऊर दा, माहौल दा फर्क जरूर है। और पिछे बहुत सारियां जड़ियां शैतानी ताकतां ने वो साडे उन्हां लोगां दी कम अकली नूं, कमजोरी नूं, ना समझी नूं बेस बना के ते सानू आपस विच लड़ान दी कोशिश कर रही। लिहाजा एक दफा फिर कुछ अरसा वास्ते एक काम रुक गया सी, लेकिन दोबारा माहौल गर्म करने की कोशिश की जा रही है। मुनाजरे और बहसो मुबाहिसा जिहड़ा कि सिर्फ फितना फैलाण वाले लोगों दी इहो जिहियां कोशिशां ने। और इन्हां कोशिशां नूं असी नाकाम करना है, इन्हां कोशिशां तो असी बचना है, दूर रहना है। और
मैं हैरान हाँ कुछ इस हैरानगी दे विच ਜਿਹੜੇ ਸਾਦਾਤ ਨੇ ਆਲੇ ਮੁਹੰਮਦ ਵਿੱਚੋਂ ਨੇ, ਉਹਨਾਂ ਤੋਂ ਮੈਂ ਉਹਨਾਂ ਦੇ ਨਾਲ ਨਹੀਂ ਹੈ ਮੇਰਾ ਇਹ ਗਿਲਾ ਇਤਰਾਜ਼, ਉਹਨਾਂ ਨਾਲ ਨਹੀਂ ਹੈ। ਉਹਨਾਂ ਤੋਂ ਮਾਫੀ ਮੰਗਦਿਆਂ ਹੋਇਆਂ ਜਿਹੜੇ ਸਮਝ ਕੇ ਬਾਅਦ ਦੇ ਵਿੱਚ ਸ਼ਾਮਿਲ ਹੋਏ, ਆਪਣੀ ਆਖਰਤ ਦਾ ਫਿਕਰ ਕਰਦਿਆਂ ਹੋਇਆਂ, ਉਹ ਜ਼ਾਕਰੀਨ ਔਰ ਉਹ ਉਲਮਾ ਜਿਨ੍ਹਾਂ ਤੋਂ ਮੈਂ ਹੈਰਾਨ ਹਾਂ ਕਿ ਤੁਸੀਂ ਕਿੰਨਾਂ ਲੋਕਾਂ ਨੂੰ, ਕਿਸ ਕੌਮ ਨੂੰ ਅਲੀ ਦੀ ਵਲਾਇਤ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਅਲੀ ਦੀ ਵਲਾਇਤ ਨੂੰ ਸਮਝਣ ਵਾਸਤੇ ਔਰ ਦਿਲੋਂ ਮੰਨਣ ਵਾਸਤੇ ਇੱਕ ਮਾਹੌਲ, ਇੱਕ ਤਰਬੀਅਤ ਦੀ ਜ਼ਰੂਰਤ ਹੈ। ਜਾਂ ਜਿਸ ਇਨਸਾਨ ਨੂੰ ਕਿਸੇ ਸੈयद ਦੀ ਨਿਸਬਤ ਮਿਲੇ, ਸੈयद ਦਾ ਸਾਥ ਮਿਲੇ, ਸੈयद ਦਾ ਫੈਜ਼ ਮਿਲੇ, ਸੈयद ਦਾ ਸਾਇਆ ਮਿਲੇ, ਉਹ ਇਸ ਮਰਤਬੇ ਮੁਕਾਮ ਨੂੰ ਬਿਹਤਰ ਸਮਝ ਸਕਦਾ ਹੈ। ਤੇ ਜਿਹੜਾ ਦੂਸਰਾ ਰਸਤਾ ਹੈ ਉਹ ਬਹੁਤ ਔਖਾ ਹੈ। ਜਿਹਨੇ ਰੂਹਾਨੀ ਤੌਰ 'ਤੇ ਸਫ਼ਰ ਕੀਤਾ ਹੈ, ਤਹਿਕੀਕ ਕੀਤੀ ਹੈ, ਠੋਕਰਾਂ ਖਾਧੀਆਂ ਨੇ, ਠੁੱਡੇ ਖਾਧੇ ਨੇ, ਉਹ ਸਮਝ ਸਕਦਾ ਹੈ। ਮੈਂ ਇਸ ਰਸਤੇ 'ਤੇ ਬਹੁਤ ਔਖੇ ਪੈਂਡੇ ਨਾਲ ਪਹੁੰਚਿਆ। ਆਪਣੀ ਰੂਹਾਨੀ ਮਾਮਲਾਤ ਦੇ ਵਿੱਚ ਚੱਲ ਕੇ, ਰੂਹਾਨੀ ਮਾਮਲਾਤ ਦੇ ਵਿੱਚ ਤਹਿਕੀਕ ਕਰਕੇ ਅਲਹਮਦੁਲਿਲਾ ਅਸੀਂ ਸਮਝਿਆ ਹੁਣ ਗਰਦਨ ਉਤਰ ਜਾਏ ਤੇ ਸਾਨੂੰ ਕੋਈ ਸ਼ੁਬਾ ਨਹੀਂ, ਸਾਨੂੰ ਕੋਈ ਸ਼ੱਕ ਨਹੀਂ। ਅਲੀ ਪਾਕ ਦੀ ਵਲਾਇਤ ਦੇ ਉੱਤੇ ਨਾ ਦੂਸਰੀ ਕੋਈ ਗੱਲ ਸੁਣ ਸਕਨੇ ਆ, ਨਾ ਕੋਈ ਸ਼ੱਕ, ਨਾ ਕੋਈ ਸ਼ੁਬਾ, ਨਾ ਕੋਈ ਹੋਰ। ਲਿਹਾਜ਼ਾ ਮਕਸਦ ਇਹ ਹੈ ਗੱਲ ਕਰਨ ਦਾ ਕਿ ਸਮਝ ਉਸ ਨੂੰ ਆਏਗੀ ਜਿਹਦੀ ਅੱਖ ਖੁੱਲ੍ਹੇ, ਅੰਦਰ ਦੀ ਅੱਖ ਬੇਦਾਰ ਹੋਵੇ, ਉਹਨੂੰ ਸਮਝ ਆਏਗੀ। ਇਹਨਾਂ ਲੋਕਾਂ ਦੇ ਨਾਲ ਤੁਸੀਂ ਜਿੰਨੀ ਮਰਜ਼ੀ ਬਹਿਸ ਕਰੋ, ਤੁਸੀਂ ਜਿੰਨਾ ਮਰਜ਼ੀ ਸਮਝਾਓ, ਤੁਸੀਂ ਜਿੰਨਾ ਮਰਜ਼ੀ ਕਾਇਲ ਕਰਨ ਦੀ ਕੋਸ਼ਿਸ਼ ਕਰੋ, ਇਹਨਾਂ ਦੀ ਅੱਖ ਹੀ ਬੰਦ ਹੈ। ਇਹਨਾਂ ਦੀ ਅੰਦਰ ਹੀ ਜਦ ਬੇਦਾਰੀ ਨਹੀਂ ਤੇ ਇਹਨਾਂ ਨੂੰ ਸਮਝ ਕੀ ਆਉਣੀ ਹੈ। ਮੇਰੇ ਜੇ ਕੰਨੇ ਨੂੰ ਬਿਠਾ ਕੇ ਉਹਨੂੰ ਤੁਸੀਂ ਕਹੋ ਜੀ ਕਿ ਇੱਥੇ 10 ਲੋਕ ਮੌਜੂਦ ਨੇ, 10 ਦੇ ਵਿੱਚੋਂ 9 ਲੋਕਾਂ ਨੇ ਜਿਹੜਾ ਨਾ ਉਹ ਲਾਲ ਰੰਗ ਇਸਤੇਮਾਲ ਕੀਤਾ, ਲਾਲ ਰੰਗ ਪਾਇਆ ਹੋਇਆ, ਅਤੇ 10 ਦੇ ਵਿੱਚੋਂ ਇੱਕ ਨੇ ਸਿਰਫ ਸਬਜ਼ ਰੰਗ ਇਸਤੇਮਾਲ ਕੀਤਾ, ਸਬਜ਼ ਰੰਗ ਪਾਇਆ ਹੋਇਆ। ਫਲਾਂ ਚੀਜ਼ ਵੀ ਲਾਲ ਰੰਗ ਦੀ ਹੈ, 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 ਫਲਾਂ ਚੀਜ਼ ਵੀ ਲਾਲ ਰੰਗ ਦੀ, ਅਤੇ ਸਬਜ਼ ਰੰਗ ਸਿਰਫ ਇੱਕ ਦੇ ਕੋਲ ਮੌਜੂਦ ਹੈ। ਜਾਂ ਇੱਕ ਬੰਦੇ ਨੇ ਜਿਹੜਾ ਉਹ ਸਬਜ਼ ਰੰਗ ਪਾਇਆ ਹੈ, ਜਾਂ ਉਹਦੇ ਕੋਲ ਕੋਈ ਚੀਜ਼ ਐਸੀ ਮੌਜੂਦ ਹੈ ਜਿਹੜੀ ਸਬਜ਼, ਬਾਕੀ ਸਭ ਲਾਲ ਹੈ। ਅਤੇ ਹੁਣ ਤੂੰ ਇਹ ਦੱਸ ਕਿ ਕਿਹੜਾ ਰੰਗ ਇਹਨਾਂ ਦੋਵਾਂ 'ਚੋਂ ਅੱਛਾ ਹੋਏਗਾ ਜਾਂ ਬਿਹਤਰ ਹੋਏਗਾ। ਜਿਸ ਬੰਦੇ ਨੇ ਅੱਖ ਖੋਲ੍ਹਦਿਆਂ ਕੋਈ ਚੀਜ਼ ਨਹੀਂ ਦੇਖੀ, ਉਹਨੂੰ ਪਤਾ ਕੀ ਹੋਏਗਾ ਕਿ ਰੰਗ ਹੈ ਕੀ, ਰੰਗ ਹੁੰਦਾ ਕਿਹੋ ਜਿਹਾ ਹੈ। ਅਗਰ ਤੇ ਉਹਦੀ ਅੰਦਰ ਦੀ ਅੱਖ ਬੇਦਾਰ ਹੋਈ, ਫਿਰ ਤੇ ਉਹ ਸਹੀ ਜਵਾਬ ਦੇ ਸਕੇਗਾ, ਲਾਲ ਔਰ ਹਰੇ ਦਾ, ਰੈੱਡ ਔਰ ਗਰੀਨ ਦਾ ਫਰਕ ਤੁਹਾਨੂੰ ਵਾਜ਼ੇ ਕਰਕੇ ਦੇ ਸਕੇਗਾ। ਲੇਕਿਨ ਅਗਰ ਉਹਦੇ ਅੰਦਰ ਕੁਛ ਨਹੀਂ ਹੈ, ਅਗਰ ਉਹਦੀ ਇਲਮੀ ਤਹਿਕੀਕ ਨਹੀਂ, ਅਗਰ ਉਹ ਇਹਨਾਂ ਚੀਜ਼ਾਂ ਨੂੰ ਸਮਝਦਾ ਹੀ ਨਹੀਂ, ਦੇਖਿਆ ਤਾਂ ਉਹਨੇ ਪਹਿਲੇ ਹੀ ਕੁਝ ਨਹੀਂ, ਜਿਹੜਾ ਪਦਾਇਸ਼ੀ ਤੌਰ 'ਤੇ ਨਾਬੀਨਾ ਉਹਨੇ ਦੇਖਿਆ ਤਾਂ ਕੁਝ ਨਹੀਂ। ਲੇਕਿਨ ਇਸ ਦੇ ਨਾਲ ਅਗਰ ਉਹਦੀ ਇਲਮੀ ਤਹਿਕੀਕ ਵੀ ਨਹੀਂ ਹੋਏਗੀ ਅਤੇ ਫਿਰ ਉਹ ਫੈਸਲਾ ਕਿਸ ਦੇ ਉੱਤੇ ਕਰੇਗਾ, ਜੋ ਉਹਨੇ ਅਕਸਰੀਅਤ ਕੋਲੋਂ ਸੁਣਿਆ ਹੋਏਗਾ ਕਿ ਉਹਦੇ ਕੋਲ ਵੀ ਹੈ, ਉਹਦੇ ਕੋਲ ਵੀ ਹੈ, ਉੱਥੇ ਵੀ ਹੈ, ਉੱਥੇ ਵੀ ਹੈ, ਉੱਥੇ ਵੀ ਲਾਲ, ਉੱਥੇ ਵੀ ਲਾਲ, ਉੱਥੇ ਵੀ, ਫਿਰ ਉਹਨੇ ਫੈਸਲਾ ਉਸ ਦੇ ਉੱਤੇ ਕਰਨਾ। ਜੇ ਉਹਦੀ ਕੋਈ ਇਲਮੀ ਤਹਿਕੀਕ ਨਹੀਂ
ਜੇ ਉਹਦਾ ਕੋਈ ਇਲਮੀ ਮੁਸ਼ਾਹਿਦਾ ਨਹੀਂ, ਜੇ ਉਹਦਾ ਅੰਦਰ ਬੇਦਾਰ ਨਹੀਂ, ਤੇ ਉਹਨੇ ਫੈਸਲਾ ਉਹਦੇ 'ਤੇ ਕਰਨਾ। ਇਹ ਦੁਨੀਆ ਅਕਸਰੀਅਤ ਦੇ ਪਿੱਛੇ ਜਾ ਰਹੀ ਹੈ, ਤਹਿਕੀਕ ਨਹੀਂ ਹੈ। ਅਮਲੀ ਤੌਰ 'ਤੇ ਸਮਝਿਆ ਨਹੀਂ, ਅਮਲੀ ਤੌਰ 'ਤੇ ਸਮਝਣ ਵਾਲੀ ਅੱਖ ਬੇਦਾਰ ਨਹੀਂ ਹੈ। ਇਸ ਵਾਸਤੇ ਇਹਨਾਂ ਨੂੰ ਸਮਝ ਨਹੀਂ ਹੈ। ਪਹਿਲੇ ਸਮਝਾਉਣ ਵਾਲਾ ਮਾਹੌਲ ਪੈਦਾ ਕੀਤਾ ਜਾਏ, ਪਹਿਲੇ ਇਹਨਾਂ ਦੀ ਅੰਦਰ ਦੀ ਅੱਖ ਨੂੰ ਬੇਦਾਰ ਕੀਤਾ ਜਾਏ, ਤੇ ਫਿਰ ਇਹਨਾਂ ਨੂੰ ਕਿਸੇ ਗੱਲ ਦੀ ਸਮਝ ਆਏਗੀ। ਅਲਹਮਦੁਲਿਲਾ ਅਸੀਂ ਹਰ ਕਿਸਮ ਦੇ ਸ਼ੱਕ ਤੋਂ ਅੱਲਾਹ ਪਾਕ ਨੇ ਦੂਰ ਕਰ ਦਿੱਤਾ। ਜਿਸ ਨੂੰ ਸਮਝ ਆ ਗਈ ਮੁਹੰਮਦ ਵਾਲੇ ਮੁਹੰਮਦ ਦੇ ਮੁਕਾਮ ਦੀ, ਮੁਹੰਮਦ ਵਾਲੇ ਮੁਹੰਮਦ ਦੇ ਮਰਤਬੇ ਦੀ, ਮੁਹੰਮਦ ਵਾਲੇ ਮੁਹੰਮਦ ਦੀ ਫਜ਼ੀਲਤ ਦੀ, ਉਹ ਤੇ ਦੇਰ ਨਹੀਂ ਕਰੇਗਾ ਆਪਣੀ ਆਖਰਤ ਨੂੰ ਬਚਾਉਣ ਦੇ ਵਿੱਚ, ਆਪਣੀ ਦੁਨੀਆ ਦੇ ਵਿੱਚ ਜਿਹੜੇ ਬਾਕੀ ਰਹਿੰਦੇ ਸਾਹ ਨੇ, ਉਹ ਦੇਰ ਨਹੀਂ ਕਰੇਗਾ। ਲੇਕਿਨ ਜਿਨ੍ਹਾਂ ਨੇ ਸੁਣੇ ਹੀ ਵਾਕੇ ਕਿੱਸੇ ਕਹਾਣੀਆਂ ਇੱਧਰੋਂ ਉੱਧਰੋਂ ਐਸੀਆਂ ਚੀਜ਼ਾਂ ਕਿਤਾਬਾਂ ਦੇ ਵਿੱਚ, ਔਰ ਮਸਜਿਦ ਦੇ ਮਿੰਬਰ ਦੇ ਉੱਤੇ ਬੜੇ ਬੜੇ ਮੋਤਬਰ ਮੌਲਵੀ ਐਸੀਆਂ ਚੀਜ਼ਾਂ ਪੇਸ਼ ਕਰ ਰਹੇ ਨੇ, ਐਸੇ ਵਾਕਿਆਤ ਪੇਸ਼ ਕਰ ਰਹੇ ਨੇ ਜਿਨ੍ਹਾਂ ਦਾ ਹਕੀਕਤ ਦੇ ਨਾਲ ਤਾਲੁਕ ਹੀ ਕੋਈ ਨਹੀਂ, ਅਤੇ ਜਿਨ੍ਹਾਂ ਨੇ ਆਪਣੇ ਦੀਨ ਦਾ ਰਸਤਾ ਸਿੱਧਾ ਹੀ ਸਿਰਫ ਮੌਲਵੀਆਂ ਨੂੰ ਸੁਣ ਕੇ ਕੀਤਾ ਹੈ, ਜਿਨ੍ਹਾਂ ਨੇ ਨਮਾਜ਼ ਦੀਆਂ ਰਕਾਤਾਂ ਵੀ ਸਿਰਫ ਮੌਲਵੀ ਨੂੰ ਪੁੱਛ ਕੇ ਪੜ੍ਹਨੀਆਂ ਨੇ, ਉਹਨਾਂ ਦੀ ਆਪਣੀ ਤਹਿਕੀਕ ਕੋਈ ਨਹੀਂ। ਉਹਨਾਂ ਨੂੰ ਵਲੀਉੱਲਾ ਦੀ ਸਮਝ ਕਿਸ ਤਰ੍ਹਾਂ ਆਵੇ ਤੇ ਕੀ ਆਵੇ, ਕਿਸ ਤਰ੍ਹਾਂ ਉਸ ਪਾਕ ਘਰਾਣੇ ਦੀਆਂ ਪਾਕ ਹਸਤੀਆਂ ਦੀ ਫਜ਼ੀਲਤ ਨੂੰ ਕਿਸ ਤਰ੍ਹਾਂ ਉਹ ਸਮਝ ਲੈਣ, ਜਿਨ੍ਹਾਂ ਦੇ ਅੰਦਰ ਉਹ ਇਲਮੀ ਵੁਸਅਤ ਹੀ ਨਹੀਂ, ਜਿਹਨਾਂ ਨੇ ਨਮਾਜ਼ ਪੜ੍ਹਨੀ ਮੌਲਵੀ ਕੋਲੋਂ ਪੁੱਛ ਕੇ, ਹੱਥ ਬੰਨ੍ਹਣੇ ਨੇ ਕਿ ਛੱਡਣੇ ਨੇ ਮੌਲਵੀ ਫੈਸਲਾ ਕਰੇਗਾ, ਰਕਾਤਾਂ 4 ਨੇ 2 ਪੜ੍ਹਨੀਆਂ ਨੇ ਮੌਲਵੀ ਫੈਸਲਾ ਕਰੇਗਾ, ਇੱਥੇ ਇਸ ਤਰ੍ਹਾਂ ਹੈ ਤੇ ਮੌਲਵੀ ਫੈਸਲਾ ਕਰੇਗਾ, ਨਮਾਜ਼ ਅਸੀਂ ਕਿੰਨੇ ਵਜੇ ਪੜ੍ਹਨੀ ਹੈ ਮੌਲਵੀ ਫੈਸਲਾ ਕਰੇਗਾ। ਠੀਕ ਹੈ, ਉਹਨਾਂ ਨੂੰ ਕੀ ਪਤਾ, ਉਹਨਾਂ ਨੂੰ ਕੀ ਸਮਝ ਆਵੇ, ਉਹ ਤਾਂ ਮੌਲਵੀ ਦੇ ਪਿੱਛੇ ਨੇ। ਲਿਹਾਜ਼ਾ ਜਿਸ ਵਕਤ ਕੋਈ ਇਹੋ ਜਿਹੇ ਬਹਿਸ ਮੁਬਾਹਿਸੇ 'ਤੇ ਆਵੇ ਤੇ ਬੜੇ ਹੀ ਪਿਆਰ ਦੇ ਨਾਲ ਗੱਲ ਨੂੰ ਇਸ ਤਰੀਕੇ ਦੇ ਨਾਲ ਖ਼ਤਮ ਕੀਤਾ ਜਾ ਸਕਦਾ ਹੈ ਕਿ ਭਾਈ ਜਿਸ ਦੇ ਪਿੱਛੇ ਤੁਸੀਂ ਚੱਲਦੇ ਹੋ, ਅੱਲਾਹ ਪਾਕ ਰੋਜ਼ੇ ਹਸ਼ਰ ਤੁਹਾਡਾ ਹਸ਼ਰ ਉਹਨਾਂ ਦੇ ਨਾਲ ਕਰੇ, ਅਤੇ ਜਿਸ ਦੇ ਪਿੱਛੇ ਅਸੀਂ ਚੱਲਦੇ, ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ, ਸਾਡਾ ਹਸ਼ਰ ਉਹਨਾਂ ਦੇ ਨਾਲ ਕਰੇ। ਫੈਸਲਾ ਆਪੇ ਹੀ ਹੋ ਜਾਏਗਾ, ਅਗਰ ਇੱਥੇ ਨਹੀਂ ਤੇ ਉੱਥੇ ਹੋ ਜਾਏਗਾ, ਕੌਣ ਗਲਤ ਸੀ ਤੇ ਕੌਣ ਸਹੀ ਸੀ। ਕਿਉਂਕਿ ਝੂਠੇ ਵਾਕਿਆਤ ਸੁਣਾ ਕੇ, ਝੂਠੀਆਂ ਗੱਲਾਂ ਕਰ ਕੇ, ਔਰ ਅਕਸਰੀਅਤ ਜਦੋਂ ਬੱਚਾ ਕੋਈ ਸੁਣ ਕੇ ਆਉਂਦਾ ਕਿਸੇ ਕੋਲੋਂ, ਜੁਮੇ ਦੀ ਨਮਾਜ਼ ਪੜ੍ਹੀ, ਮੌਲਾਨਾ ਸਾਹਿਬ ਦੀ ਤਕਰੀਰ ਸੁਣੀ, ਘਰ ਆ ਕੇ ਸੁਣਾਈ, ਮਾਂ ਬਾਪ ਦੀ ਵੀ ਬਦਕਿਸਮਤੀ ਦੇ ਨਾਲ ਆਪਣੀ ਉਹ ਇਲਮੀ ਤਹਿਕੀਕ ਉਹ ਨਹੀਂ ਹੁੰਦੀ, ਉਹਨਾਂ ਨੂੰ ਆਪ ਪਤਾ ਨਹੀਂ ਹੁੰਦਾ, ਉਹ ਆਪ ਉੱਥੇ ਜਿਸ ਤਰ੍ਹਾਂ ਉਹ ਮੌਲਵੀ ਦੇ ਸਾਹਮਣੇ ਸਿਰ ਸੁੱਟ ਕੇ ਸੁਣ ਰਿਹਾ, ਇਸੇ ਤਰ੍ਹਾਂ ਹੀ ਅੱਜ ਦੇ ਵਕਤ ਦੇ ਵਿੱਚ ਜਦੋਂ ਬੱਚੇ ਆ ਕੇ ਦੱਸਦੇ ਨੇ ਕਿ ਜੀ ਅਸੀਂ ਜੁਮਾ ਪੜ੍ਹਿਆ ਅਤੇ ਉੱਥੇ ਇਹ ਮਸਲਾ ਬਿਆਨ ਹੋਇਆ ਅਤੇ ਇਹ ਹੋਇਆ, ਅਤੇ ਉੱਥੇ ਉਹ ਮੌਲਵੀ ਬਣ ਜਾਂਦੇ ਅਤੇ ਉਹ ਸਿਰ ਸੁੱਟ ਕੇ ਸੁਣ ਰਹੇ ਹੁੰਦੇ ਨੇ। ਉਹਨਾਂ ਨੂੰ ਆਪ ਨਹੀਂ ਪਤਾ ਕਿ ਇਹਦੇ 'ਚ ਕਿੰਨਾ ਸਹੀ ਹੈ ਕਿੰਨਾ ਗਲਤ ਹੈ। ਲੋਕਾਂ ਨੇ ਆਪਣੇ ਆਪ ਨੂੰ, ਅਕਸਰੀਅਤ ਨੇ ਸਿਰਫ ਹੈ ਵਾਕਿਆਤ ਅਤੇ ਕਿੱਸੇ ਕਹਾਣੀਆਂ ਸੁਣ ਕੇ ਜਾਂ ਵੱਡੇ ਸਪੀਕਰ ਲਾ ਕੇ ਗਲੇ ਫਾੜਨ ਵਾਲੇ ਮੌਲਵੀਆਂ ਤੋਂ ਇਹਨਾਂ ਨੇ ਦੀਨ ਸਿੱਖਿਆ, ਮੌਲਵੀਆਂ ਤੋਂ ਇਹਨਾਂ ਨੇ ਦੀਨ ਲਿਆ। ਇਹਨਾਂ ਨੂੰ ਇਸ ਤਰ੍ਹਾਂ ਸਮਝ ਨਹੀਂ ਆਉਣੀ। ਜ਼ਰੂਰਤ ਹੈ ਕਿ ਚੀਜ਼ਾਂ ਨੂੰ ਖੋਲ੍ਹਿਆ ਜਾਏ, ਸੋਸ਼ਲ ਮੀਡੀਆ 'ਤੇ ਖੋਲ੍ਹਿਆ ਜਾਏ, ਚੀਜ਼ਾਂ ਨੂੰ ਤਹਿਕੀਕੀ ਮਾਮਲਾਤ ਨੂੰ ਅੱਗੇ ਕੀਤਾ ਜਾਏ, ਕਿਤਾਬੀ ਤੌਰ 'ਤੇ ਤਹਿਰੀਰੀ ਤੌਰ 'ਤੇ ਕੰਮ ਕੀਤਾ ਜਾਏ, ਪ੍ਰਿੰਟ ਮੀਡੀਆ ਇਸਤੇਮਾਲ ਕੀਤਾ ਜਾਏ, ਇਲੈਕਟ੍ਰੋਨਿਕ ਮੀਡੀਆ ਇਸਤੇਮਾਲ ਕੀਤਾ ਜਾਏ। ਔਰ ਦੂਸਰੀ ਚੀਜ਼ ਇਹ ਕਿ ਜਿੱਥੇ ਕਿਸੇ ਨੂੰ ਮੌਕਾ ਮਿਲੇ ਇਕਰਾਰ ਉਹ ਕਰ ਲਏਗਾ ਆਪੇ, ਲੇਕਿਨ ਤੁਸੀਂ ਸਿਰਫ ਇਲਮੀ ਪੁਆਇੰਟਸ ਦੇ ਨਾਲ, ਇਲਮੀ ਤਹਿਕੀਕ ਦੇ ਨਾਲ ਚੀਜ਼ਾਂ ਨੂੰ ਖੋਲ੍ਹਣ ਦੀ ਔਰ ਸਮਝਾਉਣ ਦੀ ਸਿਰਫ ਕੋਸ਼ਿਸ਼ ਕਰੋ, ਜਜ਼ਬਾਤੀ ਨਾ ਹੋਇਆ ਕਰੋ, ਕਿਉਂਕਿ ਸਮਝ ਉਹਨੂੰ ਹੀ ਆਉਣੀ ਹੈ
ਜਿਹੜਾ ਕੋਈ ਹਲਾਲੀ ਮਾਂ-ਬਾਪ ਦਾ ਪੁੱਤਰ ਹੈ ਜਾਂ ਜਿਹਨੇ ਕੋਈ ਹਲਾਲ ਖਾਧਾ ਹੈ, ਜਿਹਨੂੰ ਮਾਂ-ਬਾਪ ਨੇ ਹਲਾਲ ਖਵਾਇਆ, ਔਰ ਜਿਹੜਾ ਹਲਾਲੀ ਹੈ ਸਮਝ ਉਹਨੂੰ ਹੀ ਆਣੀ ਹੈ, ਬਾਕੀ ਕਿਸੇ ਨੂੰ ਸਮਝ ਨਹੀਂ ਆਣੀ। ਤੁਸੀਂ ਜੋ ਮਰਜ਼ੀ ਕਰ ਲਓ ਅਤੇ ਜਿੰਨਾ ਮਰਜ਼ੀ ਕਹਿ ਲਓ, ਜਿਹੜਾ ਇਸ ਕਾਬਲ ਹੈ ਪਾਕਾਂ ਦੀ ਸਮਝ ਉਹਨੂੰ ਹੀ ਆ ਸਕਦੀ, ਜਿਹਦਾ ਕੁਝ ਅੰਦਰ ਪਾਕ ਹੋਵੇ, ਵਰਨਾ ਸਮਝ ਨਹੀਂ ਆ ਸਕਦੀ। ਮੈਂ ਸਾਦੀ ਜ਼ੁਬਾਨ ਦੇ ਵਿੱਚ ਆਪਣਾ ਪੈਗਾਮ ਦੇਣ ਦੀ ਕੋਸ਼ਿਸ਼ ਕੀਤੀ, ਵਰਨਾ ਅਲਹਮਦੁਲਿਲਾ ਬਾਹਵਾਲਾ ਬਹੁਤ ਸਾਰੀਆਂ ਚੀਜ਼ਾਂ ਨੇ, ਬਹੁਤ ਸਾਰੇ ਤਰੀਕਿਆਂ ਦੇ ਨਾਲ ਇਸ ਦੇ ਉੱਤੇ ਗੁਫ਼ਤਗੂ ਹੋ ਸਕਦੀ ਸੀ, ਲੇਕਿਨ ਅੱਜ ਤੱਕ ਇਹ ਮਾਹੌਲ ਖ਼ਰਾਬ ਹੀ ਇਸ ਤੋਂ ਹੋਇਆ ਕਿ ਆਲਮਾਂ ਨੇ, ਮੌਲਵੀਆਂ ਨੇ ਲੋਕਾਂ ਦੇ ਜ਼ਿਹਨ ਦੀ ਸਤਹ ਨੂੰ ਨਹੀਂ ਸਮਝਿਆ, ਸਿਰਫ ਆਪਣੀ ਇਲਮੀ ਬਰਤਰੀ, ਆਪਣੀ ਵਡਿਆਈ ਸਾਬਤ ਕਰਨ ਵਾਸਤੇ ਪਿੰਡ ਦੇ ਵਿੱਚ ਤਕਰੀਰ ਕਰਦਿਆਂ ਫਾਰਸੀ ਸ਼ੇਰ ਪੜ੍ਹ ਰਹੇ ਹੁੰਦੇ ਨੇ, ਅਤੇ ਜਿਨ੍ਹਾਂ ਨੂੰ ਉਰਦੂ ਨਹੀਂ ਆਉਂਦੀ ਉਹਨਾਂ ਨੂੰ ਫਾਰਸੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਅਤੇ ਇਸ ਤਰੀਕੇ ਦੇ ਨਾਲ ਹੋਰ ਜ਼ੁਬਾਨਾਂ ਦੇ ਵਿੱਚ ਕਰਕੇ, ਜਾਂ ਫਿਰ ਜਿਹੜਾ ਅੱਜ ਕੱਲ੍ਹ ਦਾ ਜਦੀਦ ਫੈਸ਼ਨ ਹੈ, ਇਹ ਕੁਝ ਆਲਮਾਂ ਦੇ ਵਿੱਚ ਵੀ ਆ ਗਿਆ ਕਿ ਸਮਝਣ ਵਾਲਿਆਂ ਦੀ ਸਤਹ ਉਰਦੂ ਤੱਕ ਨਹੀਂ ਜਾਂਦੀ, ਅਤੇ ਉਹ ਮੂੰਹ ਬਿੰਗਾ ਜਿਹਾ ਕਰਕੇ ਅੰਗਰੇਜ਼ੀਆਂ ਨੂੰ ਵੀ ਵਿੱਚ ਲਿਆ ਰਹੇ ਨੇ। ਔਰ ਦੂਸਰੀ ਚੀਜ਼, ਸਿਰਫ ਇੱਕ ਚੀਜ਼ ਦੇ ਉੱਤੇ ਸਾਨੂੰ ਮੇਨ ਫੋਕਸ ਕਰਨ ਦੀ ਜ਼ਰੂਰਤ ਹੈ। ਮੈਂ ਪਾਕਿਸਤਾਨ ਦੀ ਹਕੂਮਤ ਨੂੰ ਵੀ ਅਪੀਲ ਕਰਾਂਗਾ ਕਿ ਪਾਬੰਦ ਕਰ ਦਿਓ ਬਗੈਰ ਤਰਜਮੇ ਦੇ ਕੁਰਾਨ ਕਰੀਮ, ਕੁਰਾਨ ਹਕੀਮ, ਕੁਰਾਨ ਪਾਕ ਨੂੰ ਪ੍ਰਿੰਟ ਨਾ ਕੀਤਾ ਜਾਏ ਪਾਕਿਸਤਾਨ ਦੇ ਵਿੱਚ ਬਗੈਰ ਤਰਜਮੇ ਦੇ। ਔਰ ਇਹ ਤਮਾਮ ਮਦਰਸੇ ਜਿੱਥੇ ਖ਼ਾਸ ਤੌਰ 'ਤੇ ਹਿਫਜ਼ ਕਰਾਉਣ ਦੇ ਉੱਤੇ ਬੜਾ ਫੋਕਸ ਹੈ ਨਾ, ਇਹਨਾਂ ਨੂੰ ਪਾਬੰਦ ਕਰ ਦਿੱਤਾ ਜਾਏ ਕਿ ਅਗਰ ਕਿਸੇ ਨੇ ਕੁਰਾਨ ਕਰੀਮ ਦੀ, ਕੁਰਾਨ ਪਾਕ ਦੀ ਤਾਲੀਮ ਹਾਸਿਲ ਕਰਨੀ ਹੈ ਤਾਂ ਬਗੈਰ ਤਰਜਮੇ ਤੋਂ ਨਹੀਂ ਕਰੇਗਾ। ਬਗੈਰ ਤਰਜਮੇ ਦੇ ਰੱਟਾ ਲਵਾਉਣ ਵਾਲੇ ਮੌਲਵੀਆਂ ਦੇ ਵਾਸਤੇ ਵੈਸੇ ਹੀ ਉਮਰ ਕੈਦ ਹੋ ਜਾਣੀ ਚਾਹੀਦੀ ਹੈ ਪਾਕਿਸਤਾਨ ਦੇ ਵਿੱਚ। ਬਗੈਰ ਤਰਜਮੇ ਦੇ ਪੜ੍ਹਨ ਵਾਲਿਆਂ ਦੇ ਉੱਤੇ ਵੈਸੇ ਹੀ ਮੁਕੱਦਮਾਤ ਬਣ ਜਾਣੇ ਚਾਹੀਦੇ ਨੇ। ਇਹਨਾਂ ਨੂੰ ਕਮ ਅਜ਼ ਕਮ 14 ਸਾਲ ਕੈਦ ਹੋਣੀ ਚਾਹੀਦੀ ਹੈ, ਜਿਹੜੇ ਬਗੈਰ ਤਰਜਮੇ ਦੇ ਕੁਰਾਨ ਪਾਕ ਪੜ੍ਹਾ ਰਹੇ ਨੇ, ਸਿਰਫ ਰੱਟਾ ਲਵਾ ਰਹੇ ਨੇ, ਔਰ ਡਿਗਰੀਆਂ ਦਿੱਤੀਆਂ ਜਾ ਰਹੀਆਂ ਨੇ ਹਿਫਜ਼ ਦੀਆਂ। ਕਿਉਂ? ਔਰ ਮਸਾਜਿਦ ਦੇ ਵਿੱਚ ਵੀ ਪਾਬੰਦ ਕੀਤਾ ਜਾਏ ਕਿ ਜਿਹੜੀ ਆਇਤ ਪੜ੍ਹੀ ਜਾਏਗੀ, ਜਿਹੜੀ ਸੂਰਤ ਪੜ੍ਹੀ ਜਾਏਗੀ, ਬਿਮਾ ਤਰਜਮਾ ਪੜ੍ਹੀ ਜਾਏਗੀ। ਕਿਉਂ? ਸਾਡੇ ਪੜ੍ਹੀ ਲਿਖੀ ਜਾਹਿਲ ਕੌਮ ਦੀ ਜਹਾਲਤ ਦਾ ਇਹ ਆਲਮ ਹੈ ਕਿ ਤਿਲਾਵਤ ਕੀਤੀ ਜਾਂਦੀ, ਆਇਤਾਂ ਅਜ਼ਾਬ ਦੀਆਂ ਪੜ੍ਹੀਆਂ ਜਾ ਰਹੀਆਂ ਹੁੰਦੀਆਂ ਨੇ, ਅਤੇ ਉਹ ਮੌਲਵੀ ਦੇ ਸੁਰ ਅਤੇ ਮੌਲਵੀ ਦੀ ਆਵਾਜ਼ ਦਾ ਲਹਿਰਾਂ ਨੂੰ ਦੇਖ ਕੇ ਸੁਬਹਾਨ ਅੱਲਾ ਕਰ ਰਹੇ ਹੁੰਦੇ ਨੇ। ਅੰਦਰੋਂ ਅਸੀਂ ਲੋਕ ਇੰਨੇ ਜਾਹਲ ਹਾਂ, ਇਲਮੀ ਸਤਹ ਇਹ ਵੇ ਸਾਡੀ। ਲਿਹਾਜ਼ਾ ਪਾਕਿਸਤਾਨ ਦੀ ਗੌਰਮੈਂਟ ਨੂੰ ਵੀ ਅਪੀਲ ਹੈ, ਰਿਕਵੈਸਟ ਹੈ ਮੇਰੀ ਕਿ ਬਗੈਰ ਤਰਜਮੇ ਦੇ ਕੁਰਾਨ ਕਰੀਮ ਦੀ ਪ੍ਰਿੰਟਿੰਗ ਨੂੰ ਬੈਨ ਕਰ ਦਿੱਤਾ ਜਾਏ, ਮਨਾ ਕਰ ਦਿੱਤਾ ਜਾਏ। ਔਰ ਮਸਾਜਿਦ ਦੇ ਅੰਦਰ ਜਿਹੜੇ ਮੌਲਵੀ ਫਰ ਰੱਟਾ ਲਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਬਗੈਰ ਤਰਜਮੇ ਦੇ, ਇਸ ਚੀਜ਼ ਨੂੰ ਮਨਾ ਕੀਤਾ ਜਾਏ, ਇਸ ਦੇ ਉੱਪਰ ਪਾਬੰਦੀ ਲਗਾ ਦਿੱਤੀ ਜਾਏ। ਇਹਨਾਂ ਨੂੰ ਕਮ ਅਜ਼ ਕਮ 14 ਸਾਲ ਦੀ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ, ਜਿਹੜੇ ਲੋਕ ਇਸ ਤਰੀਕੇ ਦੇ ਨਾਲ ਕੁਰਾਨ ਪਾਕ ਦਾ, ਕੁਰਾਨ ਕਰੀਮ ਦਾ ਮਜ਼ਾਕ ਉਡਾ ਰਹੇ ਨੇ। ਜਦੋਂ ਇਹ ਕੁਰਾਨ ਨੂੰ ਤਰਜਮੇ ਦੇ ਨਾਲ ਬਿਮਾ ਤਰਜਮਾ ਪੜ੍ਹਨਗੇ ਨਾ, ਕੁਰਾਨ ਦੀ ਸਮਝ ਆਏਗੀ, ਅਤੇ ਫਿਰ ਮੁਹੰਮਦ ਵਾਲੇ ਮੁਹੰਮਦ, ਇਸ ਪਾਕ ਘਰਾਣੇ ਦੀਆਂ ਪਾਕ ਹਸਤੀਆਂ ਦੀ ਫਜ਼ਾਇਲ, ਮਕਾਮੋ ਮਰਤਬੇ ਦੀ ਵੀ ਸਮਝ ਫੇਰ ਆਏਗੀ। ਇਹਨਾਂ ਨੂੰ ਇਸ ਤਰ੍ਹਾਂ ਸਹੀ ਤਰੀਕੇ ਦੇ ਨਾਲ ਸਮਝ ਨਹੀਂ ਆਣੀ। ਮੌਲਵੀ ਸਾਹਿਬ ਅਰਬੀ ਪੜ੍ਹ ਰਹੇ ਹੁੰਦੇ ਨੇ ਔਰ ਲੋਕਾਂ ਨੂੰ ਪਤਾ ਹੀ ਨਹੀਂ ਹੈ ਉਹ ਕੀ ਪੜ੍ਹ ਰਿਹਾ। ਪੁੱਛੋ ਡਾਕਟਰ, ਪ੍ਰੋਫੈਸਰ, ਪੁੱਛੋ ਇਹਨਾਂ ਲੋਕਾਂ ਨੂੰ। ਜਿਸ ਬੰਦੇ ਦੀ ਹੁੰਦੀ ਹੈ ਸ਼ਾਦੀ,
ਉਹਨੂੰ ਉਸ ਤੋਂ ਅਗਲੇ 1 ਘੰਟੇ ਬਾਅਦ ਪੁੱਛੋ ਕਿ ਜਿਹੜੀਆਂ ਆਇਤਾਂ, ਜਿਹੜੀਆਂ 5 ਆਇਤਾਂ ਮੌਲਵੀ ਨੇ ਪੜ੍ਹੀਆਂ ਨੇ, ਇਹਨਾਂ ਦਾ ਮਕਸਦ ਕੀ ਸੀ, ਇਹਨਾਂ ਦਾ ਮਤਲਬ ਕੀ ਸੀ, ਨਹੀਂ ਪਤਾ ਹੋਏਗਾ। ਜੁਮੇ ਦਾ ਖੁਤਬਾ ਦੇ ਵਿੱਚ ਜਿਹੜਾ ਅਰਬਿਕ ਪੜ੍ਹਿਆ ਜਾਂਦਾ, ਪੁੱਛੋ ਉਸੇ ਸਫ ਦੇ ਵਿੱਚੋਂ ਨਮਾਜ਼ ਪੂਰੀ ਹੋਣ ਤੋਂ ਬਾਅਦ ਪੁੱਛੋ ਕਿੰਨੇ ਲੋਕਾਂ ਨੂੰ ਉਹਦਾ ਮਤਲਬ ਦਾ ਪਤਾ ਹੋਏਗਾ, ਕਿੰਨੇ ਲੋਕਾਂ ਨੂੰ ਸਮਝ ਆਏਗੀ। ਈਦ ਦੇ ਖੁਤਬੇ ਪੜ੍ਹੇ ਜਾਂਦੇ, ਪੁੱਛੋ ਕਿੰਨੇ ਲੋਕਾਂ ਨੂੰ ਸਮਝ ਆਏਗੀ। ਨਮਾਜ਼ ਜਨਾਜ਼ਾ ਪੜ੍ਹੀ ਜਾਂਦੀ, ਲੱਖਾਂ ਲੋਕਾਂ ਦੇ ਇਜਤਮਾ ਵੀ ਹੋਏ, ਪੁੱਛੋ ਬਾਤਰ ਤਰਜਮਾ ਕਿੰਨੇ ਲੋਕਾਂ ਨੂੰ ਸਮਝ ਆਉਂਦੀ। ਜਿਹੜੀਆਂ ਦੁਆਵਾਂ ਪੜ੍ਹੀਆਂ ਜਾਂਦੀਆਂ ਕਿੰਨੇ ਲੋਕਾਂ ਨੂੰ ਸਮਝ ਆਉਂਦੀ। ਸਿਰਫ ਸਟਾਈਲ ਬਣਾ ਕੇ बड़े बड़े मदरसे है फलाना बंदी ते फलाना बंदी ते फलाने तुसी सिर्फ अपनियां रोटियां नूं चमकाउण वास्ते नवे नवे स्टाइल असी 7 स्टाइलों के नाल किरात सिखाने, तेरे 7 छड़ के 70 होण। असी उहनूं की करिए अगर साडी औलाद नूं, अगर सानूं समझ ही नहीं आनी कि वह पढ़ की रहा है, उस दे अंदर अल्लाह पाक की ज़ात ने फरमाया की है, उस दे अंदर सही हुक्म की है, सानू अगर उसकी समझ नहीं आनी तो तुसी समझो खाली चुम चुम के उच्ची जगह के उत्ते रख लोगे तो सीने नाल ला लोगे तो अखां नाल ला लोगे, इन्हें दे उत्ते बख्शिश हो जाएगी ताड़ी? कदी भी नहीं। बार बार हाथ जोड़ के अपील करना इस हुकूमत नूं। लोगों ने, क्योंकि बदकिस्मती है, आलमां नूं तौफीक नहीं हुंदी ते आमल वैसे ही नमाज का पता नहीं हुंदा, कलमा पढ़ना नहीं आउंदा ते लोगों के जिहड़ा वो हज़ारां दे पीर बन के बह जांदे ने। कोई इस मौजू के उत्ते आउंदा नहीं खुल के सामने। इस हुकूमत नूं अपील है, तुसी बाकी जो भी कर रहे हो, बाकियां भी लुट के खादा, तुसी भी हसबे तौफीक अपना हिस्सा पा रहे हो, कोई गल नहीं, लेकिन इस मुल्क दे अंदर तुहाडे च शायद अपने च ना वो क्वालिटियां ने, ना तुहाडे अंदर वो जिगर है, ना तुसी वो कर सकते हो कि इस मुल्क दे अंदर तुसी फिल फॉर इस्लामी हुकूमत ले आओ। तो कम अज़ कम इन्ना जरूर कर छड्डो कि कुरान और हदीस की तलीम बिमा तर्जमा होवे, बगैर तर्जमे दे ना होवे, ना किताबां प्रिंट होण ते ना पढ़ाया जाए, ना सिखाया जाए, बगैर तर्जमे दे यह चीज़ ना कीती जाए, और जिहड़ा करे उसके उत्ते कैद रखी जाए। और जिहड़े हुफाज बनना चाहते हैं, जिहड़े हिफज करना चाहते हैं, उन्हां नूं भी डिग्री उस बेस के उत्ते मिले, उन्होंने डिग्री उस बेस के उत्ते एक्सैप्ट की जाए अगर उन्होंने बिमा तर्जमा पढ़िया। उसके बगैर उन्होंने किसी किस्म की डिग्री नूं और किसी किस्म की इस तरह की रट्टा लाने वाली ड्रामाबाजी नूं जिहड़ा वो ना किया जाए। तरावियां पढ़िया जांदियां ने, ठीक है, अक्सरीयत लोग विचों दौड़ जाती, लेकिन अज भी वो लोग ने बड़े बड़े सालों तो पढ़ रहे ने। एक दिन इन्हों नमाज के बाद पुछो की पढ़ के आए हो, उस रब का फरमान की सी, हुक्म की सी, की दसिया गया, की समझाया गया, किसी को कुछ नहीं पता होगा। बस जी अज अच्छा फिर लोगों को इन्नी इलमी जहालत है कि मौलवी नूं पूछांगे, मौलवी जी अज असीं किहड़ा सपारा पढ़िया? उस मौलवी नूं भी शर्म नाल डुब मरना चाहिए ते इहो जी अन्नी तकलीद करन वालियां नूं भी डुब मरना चाहिए। अस्सलामु अलैकुम व रहमतुल्लाहि व बरकातहू।